ਕੱਤਕ ਦਾ ਮਹੀਨਾ ਸਾਨੂੰ ਇਹ ਉਪਦੇਸ਼ ਦਿੰਦਾ ਹੈ ਕਿ ਹੇ ਭਾਈ, ਜੇ ਕੱਤਕ ਦੇ ਮਹੀਨੇ ਵਿੱਚ ਵੀ ਤੇਰਾ ਰੱਬ ਨਾਲੋਂ ਵਿਛੋੜਾ ਪਿਆ ਹੋਇਆ, ਭਾਵ ਇਸ ਮਨੁੱਖਾ ਜਨਮ ਪ੍ਰਾਪਤ ਕਰਕੇ, ਆਹ ਮਨੁੱਖਾ ਜਨਮ ਪ੍ਰਾਪਤ ਕਰਕੇ ਵੀ ਜੇ ਤੂੰ ਰੱਬ ਨਾਲੋਂ ਵਿਛੜਿਆ ਹੋਇਆ, ਕੱਤਕ ਦਾ ਸਮਾਂ, ਆਹ ਮਨੁੱਖਾ ਜਨਮ, ਜੇ ਕੱਤਕ ਦੇ ਮਹੀਨੇ ਵਿੱਚ ਵੀ ਭਾਵ ਮਨੁੱਖਾ ਜਨਮ ਪ੍ਰਾਪਤ ਕਰਕੇ ਵੀ ਜੇ ਤੂੰ ਰੱਬ ਨਾਲੋਂ ਵਿਛੜਿਆ ਹੋਇਆ, ਇਹ ਫਿਰ ਤੇਰੇ ਕਰਮਾਂ ਦਾ ਹੀ ਦੋਸ਼ ਹੈ। ਇਹ ਦੋਸ਼ ਫਿਰ ਕਿਸੇ ਹੋਰ ਉੱਤੇ ਨਾ ਲਾਈ। ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਰੱਬ ਨਾਲੋਂ ਜਿਹੜਾ ਤੂੰ ਵਿਛੜਿਆ ਹੋਇਆ, ਇਹ ਤੇਰੇ ਕਰਮਾਂ ਦਾ ਹੀ ਦੋਸ਼ ਹੈ। ਉਹ ਦੋਸ਼ ਕੀ ਹੈ? ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਮਨੁੱਖਾ ਜਨਮ ਪ੍ਰਾਪਤ ਕਰਕੇ ਵੀ ਜੇ ਤਾਂ ਰੱਬ ਨੂੰ ਭੁਲਾ ਦਿੱਤਾ, ਹੋਰ ਕਦੋਂ ਰੱਬ ਨੂੰ ਯਾਦ ਕਰੇਗਾ? ਹੋਰ ਜੂਨੀਆਂ ਵਿੱਚ ਤਾਂ ਰੱਬ ਨੂੰ ਤੂੰ ਯਾਦ ਕਰ ਹੀ ਨਹੀਂ ਸਕਦਾ। 84 ਲੱਖ ਜੂਨੀਆਂ ਦੇ ਵਿੱਚ ਜਦੋਂ ਭਟਕੇਗਾ, ਹੋਰ ਜੂਨੀਆਂ ਵਿੱਚ ਪੈ ਕੇ ਫਿਰ ਤੂੰ ਰੱਬ ਨਾਲ ਨਹੀਂ ਜੁੜ ਸਕੇਗਾ। ਜੇ ਹੁਣ ਮਨੁੱਖਾ ਜਨਮ ਪ੍ਰਾਪਤ ਕਰਕੇ ਵੀ ਤੂੰ ਰੱਬ ਨਾਲੋਂ ਟੁੱਟਿਆ ਹੋਇਆ, ਫਿਰ ਤਾਂ ਤੇਰੇ ਕਰਮਾਂ ਦਾ ਹੀ ਦੋਸ਼ ਆ। ਤੇਰੇ ਮਾੜੇ ਕਰਮ ਹਨ। ਮਾੜੇ ਕਰਮ ਕਿਹੜੇ ਹਨ? ਚੰਗੇ ਕਰਮ ਕਿਹੜੇ ਹਨ? ਚੰਗੇ ਮਾੜੇ ਕਰਮ ਕਿਹੜੇ ਹਨ? ਆਪਾਂ ਕਹਿੰਦੇ ਦੇ ਕਰਮ ਚੰਗੇ ਨਹੀਂ ਹੈ। ਕਿਹੜੇ ਕਰਮ ਚੰਗੇ ਹਨ, ਕਿਹੜੇ ਮਾੜੇ ਕਰਮ ਹਨ? ਬੰਦਾ ਕਹਿੰਦਾ ਮੈਂ ਤਾਂ ਕੋਈ ਮਾੜਾ ਕੰਮ ਕਰਦਾ ਹੀ ਨਹੀਂ ਹੈ, ਨਾ ਮੈਂ ਕੋਈ ਪਾਪ ਕਰਦਾ, ਮੇਰਾ ਖਾਣਾ ਪੀਣਾ ਠੀਕ ਹੈ, ਮੈਂ ਹੰਕਾਰ ਨਹੀਂ ਕਰਦਾ, ਮੈਂ ਗਲਤ ਦੇਖਦਾ ਨਹੀਂ, ਮੈਂ ਗਲਤ ਸੁਣਦਾ ਨਹੀਂ ਹੈ, ਮੇਰਾ ਤਾਂ ਮਨ ਸਾਫ਼ ਹੈ, ਮੇਰਾ ਤਾਂ ਮੈਂ ਤਾਂ ਜਨਮ ਪ੍ਰਾਪਤ ਕਰਕੇ ਕੋਈ ਮਾੜਾ ਕੰਮ ਕੀਤਾ ਹੀ ਨਹੀਂ ਹੈ। ਮਾੜਾ ਕਰਮ ਹੈ ਕਿਹੜਾ? ਮਾੜਾ ਕਰਮ ਇੱਕੋ ਹੈ। ਇੱਕੋ ਮਾੜਾ ਕਰਮ ਸਾਡੇ ਸਾਰੇ ਕੰਮਾਂ ਨੂੰ ਮਾੜਾ ਕਰ ਦਿੰਦਾ। ਉਹ ਕਿਹੜਾ? ਪਰਮੇਸ਼ਰ ਤੇ ਭੁੱਲਿਆ। ਜਿਸ ਮਨੁੱਖ ਨੇ ਰੱਬ ਨੂੰ ਵਿਸਾਰ ਦਿੱਤਾ, ਰੱਬ ਨੂੰ ਭੁਲਾ ਦਿੱਤਾ, ਪ੍ਰਭੂ ਨੂੰ ਭੁਲਾ ਦਿੱਤਾ, ਉਹਦਾ ਕੋਈ ਵੀ ਕੰਮ ਸਹੀ ਨਹੀਂ ਹੈ। ਉਹਦਾ ਦੇਖਣਾ ਵੀ ਚੰਗਾ ਨਹੀਂ ਹੈ, ਉਹਦਾ ਬੋਲਣਾ ਵੀ ਚੰਗਾ ਨਹੀਂ, ਉਹਦਾ ਸੁਣਨਾ ਵੀ ਚੰਗਾ ਨਹੀਂ, ਉਹਦਾ ਹਰ ਕੰਮ ਹੀ ਮਾੜਾ ਹੈ ਜਿਸ ਨੇ ਰੱਬ ਨੂੰ ਵਿਸਾਰ ਦਿੱਤਾ। ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਪਰਮੇਸ਼ਰ ਨੂੰ ਭੁਲਾਉਣ ਕਰਕੇ ਸਾਰੇ ਦੁੱਖ ਰੋਗ ਜਿਹੜੇ ਤੈਨੂੰ ਚਿੰਬੜੇ ਹੋਏ ਨੇ, ਇਹਨਾਂ ਦਾ ਕਾਰਨ ਇੱਕੋ ਹੈ, ਤਾਂ ਰੱਬ ਨੂੰ ਵਿਸਾਰ ਦਿੱਤਾ, ਪ੍ਰਭੂ ਨੂੰ ਵਿਸਾਰ ਦਿੱਤਾ। ਆਹ ਮਨੁੱਖਾ ਜਨਮ ਜਿਹੜਾ ਮਿਲਿਆ ਹੈ, ਇਹ ਤਾਂ ਰੱਬ ਦੀ ਯਾਦ ਵਿੱਚ ਜੁੜਨ ਵਾਸਤੇ ਮਿਲਿਆ। ਉਹ ਰੱਬ ਜਿਹੜਾ ਸਾਡਾ ਸਾਰਿਆਂ ਦਾ ਸਾਂਝਾ ਰੱਬ ਹੈ। ਕੋਈ ਉਸ ਨੂੰ ਰਾਮ ਕਹਿੰਦਾ, ਕੋਈ ਉਸ ਨੂੰ ਹਰੀ ਕਹਿੰਦਾ, ਕੋਈ ਉਸ ਨੂੰ ਗੋਬਿੰਦ ਕਹਿੰਦਾ, ਕੋਈ ਉਸ ਨੂੰ ਅੱਲਾ ਕਹਿੰਦਾ, ਕੋਈ ਉਸ ਨੂੰ ਵਾਹਿਗੁਰੂ ਕਹਿੰਦਾ, ਕੋਈ ਅਕਾਲ ਪੁਰਖ। ਉਹਦੇ ਪਤਾ ਨਹੀਂ ਕਿਤਨੇ ਕੁ ਨਾਮ ਹਨ, ਬੇਅੰਤ ਨਾਮ ਹਨ, ਪਰ ਉਹ ਇੱਕ ਹੈ। ਉਹ ਸਾਡਾ ਸਾਰਿਆਂ ਦਾ ਸਾਂਝਾ ਪਿਤਾ ਹੈ। ਏਕ ਪਿਤਾ ਏਕ ਸਕੇ ਹਮ ਬਾਰਕ। ਸਭਨਾ ਕਾ ਮਾਂ ਪਿਓ ਆਪ ਹੈ। ਉਹ ਇੱਕ ਹੈ। ਜੇ ਇਸ ਆ ਮਨੁੱਖਾ ਜਨਮ ਪ੍ਰਾਪਤ ਕਰਕੇ ਵੀ ਸਾਨੂੰ ਉਹ ਯਾਦ ਨਹੀਂ ਆਇਆ, ਫਿਰ ਕਦੋਂ ਯਾਦ ਆਏਗਾ? ਹੋਰ ਜੂਨੀਆਂ ਵਿੱਚ ਨਹੀਂ ਰੱਬ ਨੂੰ ਇਹ ਆਪਾਂ ਯਾਦ ਕਰ ਸਕਦੇ। ਆਹੀ ਸਮਾਂ ਉਸ ਰੱਬ ਦੇ ਨਾਲ ਜੋੜਨ ਵਾਲਾ ਕੌਣ ਹੈ? ਸਤਿਗੁਰੂ ਹੈ, ਗੁਰੂ ਹੈ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਨੂੰ ਉਸ ਰੱਬ ਦਾ ਚੇਤਾ ਕਰਾਉਂਦੀ ਹੈ। ਉਸ ਰੱਬ ਨਾਲ ਜੁੜ, ਜਿਹੜਾ ਸਰਵ ਵਿਆਪਕ ਹੈ, ਜਿਹੜਾ ਸਾਰਿਆਂ ਦੇ ਵਿੱਚ ਹੈ, ਜਿਸ ਦਾ ਦਿੱਤਾ ਖਾ ਰਹੇ ਹਾਂ, ਜਿਸ ਦਾ ਦਿੱਤਾ ਪਹਿਨ ਰਹੇ ਹਾਂ।
ਜਿਸ ਨੇ ਆਹ ਸਰੀਰ ਦਿੱਤਾ, ਜਿਸ ਨੇ ਸਰੀਰ ਦੇ ਵਿੱਚ ਜਿੰਦ ਪਾਈ ਹੈ, ਉਸ ਨੂੰ ਚੇਤੇ ਕਰ। ਜੇ ਉਹ ਭੁੱਲ ਗਿਆ, ਤੇਰਾ ਕੁਝ ਵੀ ਪ੍ਰਵਾਨ ਨਹੀਂ ਹੈ, ਤੇਰਾ ਕੁਝ ਵੀ ਪ੍ਰਵਾਨ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਜੇ ਪਰਮੇਸ਼ਰ ਭੁੱਲ ਗਿਆ ਨਾ, ਸਾਰੇ ਦੁੱਖ ਰੋਗ ਆ ਚਿੰਬੜਦੇ ਹਨ। ਸਤਿਗੁਰੂ ਜੀ ਦਾ ਫਰਮਾਨ ਹੈ, ਖਸਮ ਬਸਾਰ ਕਰੀ ਰਸ ਭੋਗ, ਸੋ ਤਨ ਊਠ ਖਲੋਏ ਰੋਗ। ਜੋ ਮਨੁੱਖ ਉਸ ਰੱਬ ਨੂੰ ਵਿਸਾਰ ਕੇ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਵਰਤ ਰਿਹਾ, ਖਾ ਪੀ ਰਿਹਾ, ਉਹ ਸਾਰੇ ਮਾਇਆ ਦੇ ਭੋਗ ਸਾਡੇ ਅੰਦਰ ਰੋਗ ਪੈਦਾ ਕਰ ਰਹੇ ਹਨ। ਇਹੀ ਕਾਰਨ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਕਹਿੰਦੇ ਵੇ ਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ। ਜੋ ਮਨੁੱਖ ਉਸ ਪ੍ਰਭੂ ਤੋਂ ਵੇਮੁਖ ਹੋਇਆ ਹੋਇਆ, ਉਸ ਪ੍ਰਭੂ ਤੋਂ, ਜਿਸ ਨੇ ਉਸ ਰੱਬ ਵੱਲ ਹੀ ਪਿੱਠ ਕਰ ਲਈ, ਰੱਬ ਤੋਂ ਵੇਮੁਖ ਹੋ ਗਿਆ, ਰੱਬ ਤੋਂ ਹੀ ਮੂੰਹ ਮੋੜ ਲਿਆ। ਸਤਿਗੁਰੂ ਜੀ ਕਹਿੰਦੇ ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ। ਉਸ ਨੂੰ ਜਨਮਾਂ ਜਨਮਾਂ ਦੇ ਵਿਛੋੜਿਆਂ ਦਾ ਦੁੱਖ ਭੋਗਣਾ ਪੈਣਾ। ਮੁੜ ਮੁੜ ਕੇ ਜੰਮੀ ਜਾਏਗਾ, ਮੁੜ ਮੁੜ ਕੇ ਮਰੀ ਜਾਏਗਾ, ਮੁੜ ਮੁੜ ਕੇ ਜੰਮੀ ਜਾਏਗਾ, ਮੁੜ ਮੁੜ ਕੇ ਮਰੀ ਜਾਏਗਾ। ਜਿਹੜੇ ਗੁਰੂ ਤੋਂ ਵੇਮੁਖ ਹੋਏ ਹਨ, ਸਤਿਗੁਰੂ ਜੀ ਕਹਿੰਦੇ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ। ਜਨਮਾਂ ਜਨਮਾਂ ਦੇ ਵਿਛੋੜੇ। ਦੇਖੋ ਆਹ ਮਨੁੱਖਾ ਜਨਮ ਜਿਹੜਾ ਮਿਲਿਆ, ਇਹ ਸਾਨੂੰ ਕੋਈ ਪਹਿਲੀ ਵਾਰੀ ਨਹੀਂ ਮਿਲਿਆ, ਪਤਾ ਨਹੀਂ ਪਹਿਲਾਂ ਵੀ ਕਿੰਨੀ ਕੁ ਵਾਰੀ ਮਿਲਿਆ ਹੁਣ। ਆ ਕੋਈ ਨਵਾਂ ਨਹੀਂ ਮਿਲਿਆ, ਪਤਾ ਨਹੀਂ ਕਿੰਨੀ ਕੁ ਵਾਰੀ 84 ਲੱਖ ਜੂਨੀਆਂ ਵਿੱਚ ਭਟਕ ਭਟਕ ਕੇ ਮਨੁੱਖਾ ਜਨਮ ਮਿਲਿਆ, ਫਿਰ ਗਵਾ ਲਿਆ, ਫਿਰ 84 ਲੱਖ ਜੂਨੀਆਂ ਵਿੱਚ ਭਟਕਿਆ, ਫਿਰ ਮਨੁੱਖਾ ਜਨਮ ਮਿਲਿਆ, ਫਿਰ ਗਵਾ ਲਿਆ। ਹੁਣ ਮੌਕਾ ਮਿਲਿਆ ਹੋਇਆ ਸਾਨੂੰ, ਹੁਣ ਸਾਂਭ ਲਓ। ਸਤਿਗੁਰੂ ਜੀ ਕਹਿੰਦੇ ਹੁਣ ਸਾਂਭ ਲਓ। ਅਗਾਹਾਂ ਕੂ ਤਰਾਂਗ ਪਿੱਛਾ ਫੇਰ ਨਾ ਮੋਟੜਾ, ਨਾਨਕ ਸੇਜਾ ਵੇਹਾ ਵਾਰ ਬਹੁੜ ਨਾ ਹੋਵੀ ਜਨਮੜਾ। ਹੁਣ ਮੌਕਾ ਹੈ, ਮਨੁੱਖਾ ਜਨਮ ਫੇਰ ਵੀ ਮਿਲ ਜਾਣਾ, ਪਰ ਹੁਣ ਸਾਂਭ ਲਈਏ। ਕਿਉਂਕਿ ਕਉ ਨਾਨਕ ਇਹ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਭਜਨ ਤੋਂ ਬਿਨਾਂ, ਸਿਮਰਨ ਕਰਨ ਤੋਂ ਬਿਨਾਂ, ਪ੍ਰਭੂ ਦੀ ਬੰਦਗੀ ਕਰਨ ਤੋਂ ਬਿਨਾਂ ਛੁਟਕਾਰਾ ਹੋਣਾ ਨਹੀਂ ਹੈ। ਭਾਵੇਂ ਹੁਣ ਕਰ ਲਓ, ਭਾਵੇਂ 84 ਲੱਖ ਜੂਨੀ ਕੱਟ ਕੇ ਫੇਰ ਆ ਜਾਊ। ਜੇ 84 ਲੱਖ ਜੂਨੀ ਕੱਟਣ ਤੋਂ ਬਾਅਦ ਮਨੁੱਖਾ ਜਨਮ ਮਿਲ ਵੀ ਗਿਆ, ਤਾਂ ਵੀ ਕੀ ਪਤਾ ਰੱਬ ਨੇ ਸਾਨੂੰ ਕਿੱਥੇ ਪੈਦਾ ਕਰ ਦੇਣਾ। ਬੇਅੰਤ ਕੰਟਰੀਆਂ ਦੀਆਂ ਕੰਟਰੀਆਂ ਪਸ਼ੂਆਂ ਵਾਲਾ ਜੀਵਨ ਬਤੀਤ ਕਰਦੀਆਂ। ਅਸੀਂ ਤਾਂ ਭਾਗਾਂ ਵਾਲੇ ਹਾਂ ਕਿ ਸਾਡਾ ਜਨਮ ਪੰਜਾਬ ਦੇ ਵਿੱਚ ਹੋਇਆ, ਗੁਰੂਆਂ ਦੀ ਧਰਤੀ 'ਤੇ ਹੋਇਆ। ਸਾਨੂੰ ਹੁਣ ਪੂਰਾ ਗੁਰੂ ਵੀ ਮਿਲਿਆ ਹੋਇਆ, ਸਾਨੂੰ ਤਾਂ ਹੁਣ ਪੂਰਾ ਗੁਰੂ ਮਿਲਿਆ ਹੋਇਆ ਹੈ। ਜੇ ਹੁਣ ਅਸੀਂ ਪੂਰੇ ਗੁਰੂ ਦੇ ਚਰਨਾਂ ਨਾਲ ਨਾ ਜੁੜੇ, ਪੂਰੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਜੇ ਹੁਣ ਨਾ ਆਪਣਾ ਜੀਵਨ ਸਵਾਰਿਆ, ਫਿਰ ਕਦੋਂ ਸਵਾਰਾਂਗੇ? ਸਿਮਰਨ ਕਰੇ ਤੋਂ ਬਿਨਾਂ, ਗੁਰੂ ਦੀ ਸ਼ਰਨ ਵਿੱਚ ਪੈਣ ਤੋਂ ਬਿਨਾਂ, ਨਾਮ ਜਪਣ ਤੋਂ ਬਿਨਾਂ ਪਾਰ ਉਤਾਰਾ ਹੋਣਾ ਕੋਈ ਨਹੀਂ ਹੈ। ਫਿਰ ਹੁਣੇ ਮੌਕਾ ਕਿਉਂ ਨਾ ਸਮਝੀਏ? ਹੁਣੇ ਮੌਕਾ ਸਾਂਭ ਲੈਣਾ ਚਾਹੀਦਾ। ਕੌਣ ਨਾਨਕ ਇਹ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਭਜਨ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਛੁਟਕਾਰਾ ਹੋਣਾ ਨਹੀਂ। ਫਿਰ ਹੁਣੇ ਕਿਉਂ ਨਾ ਗੁਰੂ ਦੀ ਸ਼ਰਨ ਲਈਏ? ਕਿਉਂ ਬੇਮੁਖ ਹੋ ਕੇ ਆਪਣਾ ਜੀਵਨ ਬਤੀਤ ਕਰੀਏ? ਕਹਿੰਦੇ ਵੇਮੁਖ ਹੋਏ ਰਾਮ ਤੇ। ਜਿਹੜੇ ਮਨੁੱਖਾ ਜਨਮ ਪ੍ਰਾਪਤ ਕਰਕੇ ਅਜੇ ਵੀ ਬੇਮੁਖ ਹੋਏ ਹੋਏ, ਉਹ ਫਿਰ ਯਾਦ ਰੱਖਣ ਜਨਮਾਂ ਜਨਮਾਂ ਤੋਂ ਆਪਾਂ ਵਿਛੜੇ ਹੋਏ ਹਾਂ, ਜਨਮਾਂ ਜਨਮਾਂ ਤੋਂ ਵਿਛੜੇ ਹੀ ਰਹਾਂਗੇ। ਕਿੰਨਾ ਚਿਰ? ਜਿੰਨਾ ਚਿਰ ਸਾਡੀ ਆਤਮਾ ਉਸ ਪ੍ਰਮਾਤਮਾ ਵਿੱਚ ਲੀਨ ਨਹੀਂ ਹੋ ਜਾਂਦੀ, ਉਨਾ ਚਿਰ ਚੱਲਦਾ ਰਹਿਣਾ ਕੰਮ ਇਹ।
जम जम मरे मरे फिर जम्मे, बहुत सजाए पिया देश लम्मे। ये बहुत लंबा सिलसिला है, मौका संभव होने। इस करके सतगुरु जी कहते बेमुख होए राम ते लगन जन्म वियोग। जन्मा जन्मा तो ये विछोड़े दे दुख पए रहने। खिन में कौड़े होए गए जितड़े माया भोग। देखो मनुख बड़े प्यार दे नाल माया दे भोग भोगदा। रंग संग विखिया के भोगा, इन संग अंध ना जानी। सतगुरु जी कहते मौजां दे नाल खुश हो के माया दियां मौजां मान रहा है, खुश हो रहा है। रंग संग विखिया के भोगा। इन्हां विषयां विखिया दे भाव माया दे सुख मान रहा है। माया दे सुखां दे विच इतना मस्त है कि इस गल नूं भुले गया कि मनुखा जीवन काहदे वास्ते मिलिया, मनुखा जीवन का असल मनोरथ की है, भुल गया। सुखे बहुत माया के सुखां दे विच इतना मस्त होया होया, चंगा खा रहा, चंगा पहन रहा, चंगियां कोठियां च रह रहा, घूमण वालियां घूमण वास्ते गड्डियां हन, जग दे विच इज्जत बनी हुई है बहुत। बस ये झूठे सत्कार दे विच ही फसिया होया, झूठे पदार्थां दे विच ही फसिया होया, असल गल नूं समझ नहीं रहा। कहंदे रंग संग विखिया के भोगा, इन संग अंध ना जानी। इन्हां माया के सुखां दे विच इन्ना मस्त है, इस अन्ने मनुख ने असल गल जानियो नहीं है। असल गल जानियो नहीं कि मनुखा जीवन काहदे वास्ते मिलिया है, ये कीमती शरीर काहदे वास्ते मिलिया, ये गल जानियो नहीं है। इन संग अंध ना जानी। फिर की कहता, हौ संचू मैं बहुत, मैनू कमाई बहुत है, मैं बहुत माया इकट्ठी की, मैं बहुत माया जोड़ रहा। हौ संचू, हौ खाटता, मैं बहुत कमाई कर रहा, मैं बहुत माया जोड़ ली, मैं बहुत कमाई कर रहा। हौ संचू हौ खाटता सगली औद बिहानी, इदां ही सारी जिंदगी निकल जाती है। ये कीमती मनुखा जन्म देखो, मनुख किवें अजाई गवा लैंदा। हौ संचू मैं बहुत कमाई कर रहा, मैं बहुत खट्टी खट रहा, सगली अवध बिहानी। फिर अपने आप नूं फिर हंकार, ज्यों ज्यों मनुख गुरु नालों टुट के ये माया दे सुख भोगदा, फिर हंकारी भी बनता। फिर कहता हौ सूरा, मेरे वर्गा सूरमा कोई नहीं है। अपने आप नूं सूरमा भी कहाउंदा, बहादुर कहाउंदा। हौ सूरा प्रधान हो, मैं प्रधान हाँ, इन्ने लोग मेरे अंडर काम कर रहे हैं, इन्ने लोगों के उत्ते मेरा हुक्म चल रहा है, इन्ने पिंडां दा मैं मालिक हाँ। सतगुरु जी कहते हौ सूरा प्रधान हो, को ना ही मुझे समानी। मेरी बराबरी कौन कर सकता, मेरे 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 बराबर का कौन है। फिर ये भी हंकार आउंदा। हौ सूरा प्रधान हो, को ना ही मुझे समानी। कहते जोवनवंत, फिर जवानी का भी हंकार है, जवानी मेरे उत्ते ही आई है। फिर अपनी जवानी का नशा। जोवनवंत आचार, अपने आप को बड़ा उच्चे आचरण वाला भी कहाउंदा, अपने आप ही मेरे वर्गा उच्चा आचरण किसी का नहीं है। फिर ये भी कहाउंदा जोवनवंत आचार कलीना, मेरी जात उच्ची है, मेरा वंश उच्चा, मेरा खानदान उच्चा है। अपने खानदान का, अपनी उच्ची जात का भी हंकार है।
ਜੋਬਨਵੰਤ ਆਚਾਰ ਕੁਲੀਨਾ ਮਨ ਮੈਂ ਇਹ ਗੁਮਾਨੀ। ਮਨ ਦੇ ਵਿੱਚ ਇਹ ਹੰਕਾਰ ਆਪਣੇ ਅੰਦਰ ਇਕੱਠਾ ਕਰੀ ਜਾਂਦਾ। ਜਿਉਂ-ਜਿਉਂ ਮਨੁੱਖ ਰੱਬ ਨੂੰ ਭੁਲਾ ਕੇ ਉਸ ਵਾਹਿਗੁਰੂ ਦੇ ਦਿੱਤੇ ਹੋਏ ਸੁੱਖ ਭੋਗਦਾ, ਉਸ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਸਹੂਲਤਾਂ ਦਾ ਸੁੱਖ ਮਾਣਦਾ, ਤਿਉਂ-ਤਿਉਂ ਇਹ ਹੰਕਾਰ ਵਿੱਚ ਅੰਦਰ ਹੰਕਾਰ ਇਕੱਠਾ ਕਰੀ ਜਾਂਦਾ। ਫਿਰ ਸਤਿਗੁਰੂ ਜੀ ਕਹਿੰਦੇ ਹਨ, ਇਹ ਤੇਰੇ ਜਿਤਨੇ ਵੀ ਸੁੱਖ ਹਨ ਇੱਕ ਸਕਿੰਟ ਵਿੱਚ ਕੌੜੇ ਹੋ ਜਾਣੇ। ਕਹਿੰਦੇ ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਇਹ ਮਾਇਆ ਦੇ ਸੁੱਖ ਜਿਹੜੇ ਤੂੰ ਭੋਗ ਰਿਹਾ ਇੱਕ ਖਿਨ ਵਿੱਚ ਕੌੜੇ ਹੋ ਜਾਣੇ। ਭਾਵ ਜਦੋਂ ਮੌਤ ਘੇਰਾ ਪਾਉਂਦੀ ਹੈ ਨਾ, ਫਿਰ ਕੁਝ ਵੀ ਚੰਗਾ ਨਹੀਂ ਲੱਗਦਾ ਹੈ, ਫਿਰ ਨਹੀਂ ਕੁਝ ਵੀ ਚੰਗਾ ਲੱਗਦਾ, ਕੋਈ ਚੀਜ਼ ਚੰਗੀ ਨਹੀਂ ਲੱਗਦੀ ਫਿਰ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਜਿਤਨੇ ਵੀ ਤੂੰ ਮਾਇਆ ਦੀ ਭੋਗ ਰਿਹਾ, ਸੁੱਖ ਮਾਣ ਰਿਹਾ, ਇਹ ਸਭ ਇੱਕ ਦਿਨ ਕੌੜੇ ਹੋ ਜਾਣੇ। ਇਹ ਤਾਂ ਇੱਕ ਸਾਨੂੰ ਸਹੂਲਤ ਮਿਲੀ ਹੋਈ ਹੈ ਉਸ ਵਾਹਿਗੁਰੂ ਦੇ ਦਿੱਤੇ ਹੋਏ। ਗੁਰੂ ਮਹਾਰਾਜ ਇਹ ਨਹੀਂ ਕਹਿ ਰਹੇ ਕਿ ਸੁੱਖ ਨਾ ਮਾਣ, ਗੁਰੂ ਸਾਹਿਬ ਇਹ ਨਹੀਂ ਕਹਿ ਰਹੇ ਵਾਹਿਗੁਰੂ ਨੂੰ ਤੈਨੂੰ ਖਾਣ ਨੂੰ ਦੇ ਰਿਹਾ, ਚੰਗਾ ਖਾ। ਵਾਹਿਗੁਰੂ ਤੈਨੂੰ ਪਹਿਨਣ ਨੂੰ ਦੇ ਰਿਹਾ, ਪਹਿਨ। ਉਸ ਵਾਹਿਗੁਰੂ ਨੇ ਤੈਨੂੰ ਘਰ ਦਿੱਤਾ, ਘਰ ਵਿੱਚ ਰਹਿ, ਕੋਠੀ 'ਚ ਰਹਿ, ਸਾਰੀਆਂ ਸਹੂਲਤਾਂ ਉਹਦੀਆਂ ਦਿੱਤੀਆਂ ਹੋਈਆਂ। ਮਹਾਰਾਜ ਇਹ ਨਹੀਂ ਕਹਿ ਰਹੇ। ਸਤਿਗੁਰੂ ਜੀ ਬਸ ਇਹੀ ਕਹਿ ਰਹੇ ਹੈ ਕਿ ਜੇ ਪ੍ਰਸਾਰ 36 ਅੰਮ੍ਰਿਤ ਖਾਹੇ ਤਿਸ ਠਾਕਰ ਕੋ ਰਖ ਮਨ ਮਾਹੇ। ਜੇ ਪ੍ਰਸਾਦ ਸੁਗੰਧਰ ਤਨ ਲਾਵੇਂ ਤਿਸ ਕੋ ਸਿਮਰਤ ਪਰਮਗਤ ਪਾਵੇਂ। ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੈ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ। ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆ ਬਣ ਜੋ। ਜਿਸ ਵਾਹਿਗੁਰੂ ਦਾ ਦਿੱਤਾ ਹੋਇਆ ਇੰਨਾ ਕੁਛ ਤੂੰ ਵਰਤ ਰਿਹਾ, ਉਹਦਾ ਦਿੱਤਾ ਹੋਇਆ ਖਾ ਰਿਹਾ, ਉਹਦਾ ਦਿੱਤਾ ਹੋਇਆ ਪਹਿਨ ਰਿਹਾ, ਉਹਨੇ ਤੈਨੂੰ ਪਰਿਵਾਰ ਦਿੱਤਾ, ਬੱਚੇ ਦਿੱਤੇ ਹੈ, ਕਿੰਨਾ ਕੁਛ ਹੈ ਉਸ ਵਾਹਿਗੁਰੂ ਦਾ ਸਾਨੂੰ ਦਿੱਤਾ ਹੋਇਆ, ਅਸੀਂ ਬਿਆਨ ਨਹੀਂ ਕਰ ਸਕਦੇ। ਉਹ ਰੱਬ ਤੈਨੂੰ ਭੁੱਲਣਾ ਨਹੀਂ ਚਾਹੀਦਾ। ਕਹਿੰਦੇ ਖਿਨ ਮੈਂ ਕੌੜੇ ਹੋਏਗੇ ਜਿਤੜੇ ਮਾਇਆ ਭੋਗ। ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੇ ਰੋਜ਼। ਜਦੋਂ ਅਖੀਰ ਨੂੰ ਮੌਤ ਘੇਰਾ ਪਾਉਂਦੀ ਹੈ, ਫਿਰ ਸਤਿਗੁਰੂ ਜੀ ਕਹਿੰਦੇ ਇਹ ਤੇਰਾ ਜਿਹੜਾ ਦੁੱਖ ਹੈ, ਫਿਰ ਬੰਦਾ ਗਿਲੇ ਵੀ ਕਰਦਾ ਨਾ, ਗੁੱਸੇ ਗਿਲੇ ਵੀ ਕਰਦਾ ਰੱਬ ਦੇ ਉੱਤੇ। ਸਤਿਗੁਰੂ ਜੀ ਕਹਿੰਦੇ ਹਨ, ਕਹਿੰਦੇ ਫਿਰ ਕਿਸੇ ਦੇ ਅੱਗੇ ਰੋਣ ਦਾ ਕੋਈ ਫਾਇਦਾ ਨਹੀਂ ਹੋਣਾ ਹੈ। ਫਿਰ ਕਿਸੇ, ਦੇਖੋ ਗੁਰੂ ਸਾਨੂੰ ਜਗਾ ਰਿਹਾ, ਗੁਰੂ ਸਾਨੂੰ ਕਹਿੰਦਾ ਹੋਸ਼ ਕਰ। ਇਹ ਮਨੁੱਖਾ ਜੀਵਨ ਕਾਹਦੇ ਵਾਸਤੇ ਮਿਲਿਆ? ਗੁਰੂ ਇਹ ਕਹਿ ਰਿਹਾ ਕਿ ਹੋਸ਼ ਕਰ, ਸਮਝ, ਰੱਬ ਨਾਲ ਜੁੜ, ਉਸ ਪ੍ਰਭੂ ਨਾਲ ਜੁੜ। ਗੁਰੂ ਸਾਨੂੰ ਜਗਾ ਰਿਹਾ ਹੈ। ਫਿਰ ਜਗਾਉਂਦਾ ਵੀ ਕਿਵੇਂ? ਦੇਖੋ ਬੜੇ ਪਿਆਰ ਦੇ ਨਾਲ। ਗੁਰੂ ਸਾਡੀ ਮਾਂ ਹੈ, ਗੁਰੂ ਹੀ ਸਾਡੀ ਮਾਂ ਹੈ। ਮਾਂ ਕਿਵੇਂ ਜਗਾਉਂਦੀ ਹੈ ਆਪਣੇ ਬੱਚੇ ਨੂੰ? ਜਦੋਂ ਸਵੇਰੇ ਮਾਂ ਆਪਣੇ ਬੱਚੇ ਨੂੰ ਜਗਾਉਂਦੀ ਹੈ, ਕਿੰਨੇ ਪਿਆਰ ਨਾਲ ਕਹਿੰਦੀ ਹੁੰਦੀ ਹੈ, ਪੁੱਤ ਉੱਠ, ਬੱਸ ਆਉਣ ਵਾਲੀ ਹੈ, ਸਕੂਲ ਜਾਣਾ, ਨਹਾ ਲਾ, ਕੱਪੜੇ ਪਾ, ਚਾਹ ਪੀ। ਕਿੰਨਾ ਪਿਆਰ ਨਾਲ ਜਗਾਉਂਦੀ ਹੈ। ਗੁਰੂ ਵੀ ਇੱਦਾਂ ਸਾਨੂੰ ਜਗਾ ਰਿਹਾ, ਬੜੇ ਪਿਆਰ ਨਾਲ ਜਗਾ ਰਿਹਾ। ਕਦੇ ਕਹਿੰਦਾ ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ। ਕਦੇ ਕਹਿੰਦਾ ਆਵੋ ਸਿੱਖ ਸਤ ਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਕਦੇ ਕਹਿੰਦਾ ਆਵੋ ਮਿਲੋ ਸਹੇਲੀਓ ਸੱਚੜਾ ਨਾਮ ਲਏ ਹਾਂ। ਕਦੇ ਕਹਿੰਦਾ ਕਰੂੰ ਬਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ। ਇਹਾਂ ਖਾੜ ਚੱਲੋ ਹਰ ਲਾਹਾ ਆਗੇ ਬਸਨ ਸੇਲਾ। ਇੱਥੋਂ ਲਾਹਾ ਖੱਟ ਕੇ ਜਾਇਓ ਜੇ ਮਨੁੱਖਾ ਜਨਮ ਪ੍ਰਾਪਤ ਹੋਇਆ, ਅੱਗੇ ਵਸਣਾ ਸੌਖਾ ਹੋ ਜਾਏਗਾ। ਕਿੰਨੇ ਪਿਆਰ ਨਾਲ ਜਗਾਉਂਦਾ ਗੁਰੂ, ਬੜੇ ਪਿਆਰ ਨਾਲ ਜਗਾ ਰਿਹਾ। ਗੁਰੂ ਸਾਡੀ ਮਾਂ ਹੈ, ਗੁਰੂ ਸਾਡਾ ਪਿਤਾ ਹੈ, ਬੜੇ ਪਿਆਰ ਨਾਲ ਜਗਾ ਰਿਹਾ।
ਉਹ ਮਨੁੱਖ ਭਾਗਾਂ ਵਾਲੇ ਹਨ ਜਿਹੜੇ ਗੁਰੂ ਦੇ ਜਗਾਏ ਹੋਏ ਜਾਗਣਗੇ ਅਤੇ ਰੱਬ ਨਾਲ ਜੁੜਨਗੇ। ਮਾਲਕ ਸਾਡਾ ਸਾਰਿਆਂ ਦਾ ਇੱਕ ਹੈ, ਸਾਰਿਆਂ ਦਾ ਮਾਲਕ ਸਭਨਾ ਕਾ ਮਾਂ ਪਿਓ ਆਪ ਹੈ। ਸਾਡਾ ਸਾਰਿਆਂ ਦਾ ਪਿਤਾ ਉਹ ਇੱਕ ਹੈ। ਉਹਨੂੰ ਭਾਵੇਂ ਰਾਮ ਰਾਮ ਕਹੀ ਜਾਓ, ਉਹਨੂੰ ਭਾਵੇਂ ਅੱਲਾ ਅੱਲਾ ਕਹੀ ਜਾਓ, ਉਹਨੂੰ ਭਾਵੇਂ ਹਰੀ ਹਰੀ, ਭਾਵੇਂ ਗੋਬਿੰਦ ਗੋਬਿੰਦ, ਇੱਕੋ ਇੱਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ ਜਿਸ ਦੇ ਵਿੱਚ ਬੇਅੰਤ ਨਾਮ ਹਨ ਰੱਬ ਦੇ। ਕੋਈ ਐਸੇ ਹੋਰ ਗ੍ਰੰਥ ਨਹੀਂ, ਕੋਈ ਹੋਰ ਜਿੰਨੇ ਮਰਜ਼ੀ ਸਾਰੇ ਜਿਤਨੇ ਵੀ ਗ੍ਰੰਥ ਹਨ ਸਾਰੇ ਸਤਿਕਾਰਯੋਗ ਹਨ, ਪਰ ਸਾਰੇ ਗ੍ਰੰਥਾਂ ਦੇ ਵਿੱਚ ਰੱਬ ਦੇ ਸਾਰੇ ਨਾਮ ਨਹੀਂ ਹੈ। ਪੜ੍ਹ ਕੇ ਦੇਖ ਲਓ, ਸਾਰੇ ਗ੍ਰੰਥਾਂ ਦੇ ਸਾਰੇ ਗ੍ਰੰਥ ਪੜ੍ਹ ਕੇ ਦੇਖ ਲਓ, ਸਾਰੇ ਗ੍ਰੰਥਾਂ ਦੇ ਵਿੱਚ ਸਾਰੇ ਨਾਮ ਨਹੀਂ ਹਨ। ਕੁਰਾਨ ਦੇ ਵਿੱਚ ਤੁਹਾਨੂੰ ਰਾਮ ਰਾਮ ਹਰੀ ਹਰੀ ਗੋਬਿੰਦ ਗੋਬਿੰਦ ਨਹੀਂ ਮਿਲੇਗਾ। ਵੇਦਾਂ ਦੇ ਵਿੱਚ ਸ਼ਾਸਤਰਾਂ ਦੇ ਵਿੱਚ ਤੁਹਾਨੂੰ ਅੱਲਾ ਦਾ ਨਾਮ ਨਹੀਂ ਮਿਲੇਗਾ, ਨਹੀਂ ਮਿਲੇਗਾ। ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਦੇਖੋ, ਪਤਾ ਨਹੀਂ ਕਿੰਨੀ ਵਾਰੀ ਇਹਦੇ ਵਿੱਚ ਅੱਲਾ ਅੱਲਾ, ਕਿੰਨੀ ਵਾਰੀ ਰਾਮ ਰਾਮ, ਕਿੰਨੀ ਵਾਰੀ ਹਰੀ ਹਰੀ, ਕਿੰਨੀ ਵਾਰੀ ਗੋਬਿੰਦ ਗੋਬਿੰਦ। ਸਾਰੇ ਨਾਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ। ਇਸ ਕਰਕੇ ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਸਾਰਿਆਂ ਦੇ ਸਾਂਝੇ ਗੁਰੂ ਹਨ। ਇਹਦੇ ਅੱਗੇ ਸਾਰੇ ਹੀ ਸਿਰ ਝੁਕਾਉਂਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ। ਸਾਡਾ ਸਾਰਿਆਂ ਦਾ ਸਾਂਝਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਸ ਕਰਕੇ ਗੁਰੂ ਸਾਨੂੰ ਜਗਾ ਰਿਹਾ, ਕੀ ਕਹਿ ਰਿਹਾ ਕਿ ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਹੇ ਭਾਈ ਜਾਗੋ, ਉਸ ਰੱਬ ਨਾਲ ਜੁੜੋ, ਆਪਣੇ ਅਸਲੇ ਨੂੰ ਪਛਾਣੋ। ਸਾਡਾ ਅਸਲਾ ਉਹ ਹੈ। ਦੇਖੋ ਸਾਡਾ ਸਰੀਰ ਸਾਨੂੰ ਕਿੱਥੋਂ ਮਿਲਿਆ? ਸਾਡਾ ਸਰੀਰ ਸਾਨੂੰ ਮਿਲਿਆ ਮਾਂ ਬਾਪ ਤੋਂ, ਸ਼ਮਸ਼ਾਨ ਘਾਟ ਵਿੱਚ ਇਹਦੀ ਯਾਤਰਾ ਪੂਰੀ ਹੋ ਜਾਂਦੀ ਹੈ। ਸਾਡੀ ਆਤਮਾ ਕਿੱਥੋਂ ਸ਼ੁਰੂ ਹੋਈ ਹੈ? ਰੱਬ ਕੋਲੋਂ। ਇਹਦੀ ਆਤਮਾ ਦੀ ਯਾਤਰਾ ਵੀ ਰੱਬ ਦੇ ਵਿੱਚ ਹੀ ਲੀਨ ਹੋ ਕੇ ਤਾਂ ਸਮਾਪਤ ਹੋਣੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਜੇ ਤੂੰ ਗੁਰੂ ਦਾ ਜਗਾਇਆ ਹੋਇਆ ਨਾ ਜਾਗਿਆ ਨਾ, ਫਿਰ ਇਹ ਡਿਊਟੀ ਬਦਲ ਜਾਣੀ ਹੈ। ਫਿਰ ਇਹ ਡਿਊਟੀ ਬਦਲ ਜਾਣੀ। ਫਿਰ ਕਿਸ ਦੀ ਡਿਊਟੀ ਲੱਗਣੀ ਹੈ? ਜਿਹੜੇ ਗੁਰੂ ਦੇ ਜਗਾਏ ਹੋਏ ਨਾ ਜਾਗੇ। ਹੁਣ ਤਾਂ ਗੁਰੂ ਬੜੇ ਪਿਆਰ ਨਾਲ ਜਗਾ ਰਿਹਾ ਨਾ। ਜਿਹੜੇ ਗੁਰੂ ਦੇ ਜਗਾਏ ਹੋਏ ਨਹੀਂ ਜਾਗਣਗੇ ਤਾਂ ਅਖੀਰ ਨੂੰ ਇਹ ਡਿਊਟੀ ਬਦਲ ਜਾਣੀ, ਗੁਰੂ ਨੇ ਪਰੇ ਹੋ ਜਾਣਾ, ਫਿਰ ਡਿਊਟੀ ਜਮਾਂ ਦੀ ਲੱਗਣੀ ਹੈ। ਜਦੋਂ ਜਮਾਂ ਦੀ ਡਿਊਟੀ ਲੱਗ ਗਈ ਫਿਰ ਜਾਗਣਾ ਪੈਣਾ, ਫਿਰ ਜ਼ਰੂਰ ਜਾਗਣਾ ਪੈਣਾ। ਫਿਰ ਜਾਗਣ ਦਾ ਫਾਇਦਾ ਕੋਈ ਨਹੀਂ ਹੋਣਾ। ਕਹਿੰਦੇ ਜਮ ਕਾ ਡੰਡ ਮੂੰਡ ਮੈਂ ਲਾਗਿਓ, ਤਬ ਸੋਵਰ ਤੇ ਜਾਗਿਓ। ਫਿਰ ਜਾਗਣ ਦਾ ਕੀ ਫਾਇਦਾ? ਕਿਉਂਕਿ ਜਮਾਂ ਨੇ ਸਰੀਰ ਨਹੀਂ ਛੱਡਣਾ। ਗੁਰੂ ਤਾਂ ਹੁਣ ਇਹ ਕਹਿ ਰਿਹਾ ਨਾ ਕਿ ਉੱਠੋ ਭਾਈ ਉੱਠੋ, ਆਪਣੇ ਕੰਨਾਂ ਦੇ ਨਾਲ ਗੁਰੂ ਦਾ ਜਸ ਸੁਣੋ, ਅੱਖਾਂ ਦੇ ਨਾਲ ਗੁਰੂ ਦਾ ਦਰਸ਼ਨ ਕਰੋ, ਜੀਵ ਦੇ ਨਾਲ ਉਹਦੀ ਸਿਫਤ ਕਰੋ, ਪੈਰਾਂ ਨਾਲ ਚੱਲ ਕੇ ਗੁਰੂ ਦੀ ਸੰਗਤ ਵਿੱਚ ਆਓ, ਹੱਥਾਂ ਨਾਲ ਸਾਧ ਸੰਗਤ ਦੀ ਸੇਵਾ ਕਰੋ। ਗੁਰੂ ਤਾਂ ਇਹ ਕਹਿ ਰਿਹਾ। ਜਮਾਂ ਨੇ ਜਗਾਤਾ ਦੇ ਜਮਾਂ ਦੇ ਜਗਾਏ ਹੋਏ ਜਾਗਣਾ ਪੈਣਾ। ਫਿਰ ਸਾਡੇ ਕੋਲ ਸਰੀਰ ਕੋਈ ਨਹੀਂ ਹੋਣਾ। ਫਿਰ ਕੀ ਪੱਲੇ ਪਏਗਾ? ਫਿਰ ਕੇਵਲ ਪਛਤਾਵਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਰਾਮ ਸਿਮਰ ਪਛਤਾਏਗਾ ਮਨ, ਪਾਪੀ ਜੀਅਰਾ ਲੋਭ ਕਰਤਾ ਹੈ, ਆਜ ਕਾਲ ਉੱਠ ਜਾਏਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਫਿਰ ਜਾਗਣ ਦਾ ਕੋਈ ਫਾਇਦਾ ਨਹੀਂ ਹੋਣਾ, ਕਿਉਂਕਿ ਗੁਰੂ ਤੋਂ ਬਿਨਾਂ ਕਿਸੇ ਨੇ ਵਿਚੋਲਾ ਨਹੀਂ ਬਣਨਾ। ਸਤਿਗੁਰੂ ਜੀ ਕਹਿੰਦੇ ਹਨ, ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵੇ ਰੋਜ਼। ਫਿਰ ਕਿਸੇ ਕੋਲ ਰੋਣ ਦਾ ਕੋਈ ਫਾਇਦਾ ਨਹੀਂ ਹੋਣਾ। ਕਿਸੇ ਨੇ ਤੇਰਾ ਰੋਣਾ ਨਹੀਂ ਸੁਣਨਾ ਹੈ, ਕਿਸੇ ਨੇ ਤੇਰਾ ਦੁੱਖ ਨਹੀਂ ਸੁਣਨਾ। ਇਹ ਦੁੱਖ ਤੇਰਾ ਕਿਸੇ ਨੇ ਨਹੀਂ ਸੁਣਨਾ, ਕਿਸੇ ਨੇ ਤੇਰਾ ਇਹ ਦੁੱਖ ਦਾ ਕਿਸੇ ਕੋਲ ਵੀ ਹੱਲ ਨਹੀਂ ਹੈ। ਇਸ ਕਰਕੇ ਕਹਿੰਦੇ ਗੁਰੂ ਨਾਲ ਜੁੜ ਕੇ ਉਸ ਰੱਬ ਨੂੰ ਪਛਾਣ, ਉਹਦੀ ਯਾਦ ਵਿੱਚ ਜੁੜ। ਕਹਿੰਦੇ ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵੈ ਰੋਜ਼, ਕੀਤਾ ਕਿਛੂ ਨਾ ਹੋਵਈ, ਲਿਖਿਆ ਧੁਰ ਸੰਜੋਗ। ਸਤਿਗੁਰੂ ਜੀ ਕਹਿੰਦੇ ਹਨ ਕਿ ਹੇ ਭਾਈ,
ਫਿਰ ਕੁਝ ਵੀ ਨਹੀਂ ਕੀਤਾ ਜਾ ਸਕਦਾ। ਕੀਤਾ ਕਿਛੁ ਨਾ ਹੋਵੀ, ਲਿਖਿਆ ਧੁਰ ਸੰਜੋਗ। ਇਹ ਜੋ ਵਾਹਿਗੁਰੂ ਨੇ ਧੁਰ ਤੋਂ ਹੀ ਲਿਖਿਆ ਹੋਇਆ, ਕਿਉਂਕਿ ਸੰਜੋਗ ਵਿਜੋਗ ਧੁਰੋਂ ਹੀ ਹੁਆ। ਸੰਜੋਗ ਵਿਜੋਗ ਧੁਰ ਤੋਂ ਹੀ ਹੋਇਆ। ਭਾਵ ਜੋ ਰੱਬ ਨਾਲੋਂ ਅਸੀਂ ਵਿਛੜੇ ਹੋਏ, ਕਿਰਤ ਕਰਮ ਕੇ ਵਿਛੜੇ। ਦੇਖੋ ਇਸ 12 ਮਾਹ ਦਾ ਸਭ ਤੋਂ ਪਹਿਲਾ ਸ਼ਬਦ ਇਹੀ ਹੈ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਕਿਹੜੇ ਕਿਰਤ ਕਰਮ ਤੇ? ਬਸ ਰੱਬ ਨੂੰ ਵਿਸਾਰਨਾ ਹੀ ਸਭ ਤੇ ਇਹੀ ਸਾਡੀ ਭੈੜੀ ਕਿਰਤ ਹੈ। ਰੱਬ ਨੂੰ ਭੁਲਾ ਦੇਣਾ। ਕਹਿੰਦੇ ਕੀਤਾ ਕਿਛੂ ਨਾ ਹੋਵੇ, ਲਿਖਿਆ ਧੁਰ ਸੰਜੋਗ। ਵਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਵਿਯੋਗ। ਵੱਡੇ ਭਾਗਾਂ ਨਾਲ ਜਿਨ੍ਹਾਂ ਨੂੰ ਮੇਰਾ ਪ੍ਰਭੂ ਮਿਲ ਜਾਂਦਾ ਹੈ, ਜਿਨ੍ਹਾਂ ਦਾ ਪ੍ਰਭੂ ਦੇ ਨਾਲ ਮਿਲਾਪ ਹੋ ਜਾਂਦਾ। ਕਿਹਨਾਂ ਦਾ ਹੁੰਦਾ? ਜਿਹੜੇ ਗੁਰੂ ਦੀ ਸ਼ਰਨ ਲੈਂਦੇ ਹਨ, ਗੁਰੂ ਦੀ ਓਟ ਲੈਂਦੇ ਹਨ, ਗੁਰੂ ਦੇ ਸ਼ਬਦ ਨਾਲ ਜੁੜਦੇ ਹਨ, ਉਹ ਵੱਡੇ ਭਾਗਾਂ ਵਾਲੇ ਹਨ। ਵੱਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਵਿਯੋਗ। ਸਾਰੇ ਵਿਛੋੜੇ ਦੇ ਦੁੱਖ ਖਤਮ ਹੋ ਜਾਂਦੇ ਹਨ ਜਦੋਂ ਵੱਡੇ ਭਾਗਾਂ ਨਾਲ ਗੁਰੂ ਮਿਲ ਗਿਆ। ਵੱਡੇ ਭਾਗਾਂ ਦੇ ਨਾਲ ਗੁਰੂ ਮਿਲਦਾ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਗੁਰੂ ਮਿਲਦਾ। ਫਿਰ ਗੁਰੂ ਦੀ ਕਿਰਪਾ ਦੇ ਨਾਲ ਰੱਬ ਦੇ ਨਾਲ ਮਿਲਾਪ ਹੁੰਦਾ। ਉਹ ਭਾਗਾਂ ਵਾਲੇ ਹਨ। ਵੱਡ ਭਾਗੀ ਮੇਰਾ ਪ੍ਰਭ ਮਿਲੇ, ਵੱਡੇ ਭਾਗਾਂ ਨਾਲ ਜਿਨ੍ਹਾਂ ਨੂੰ ਮੇਰਾ ਪ੍ਰਭੂ ਮਿਲ ਗਿਆ, ਤਾਂ ਜਨਮਾਂ ਜਨਮਾਂ ਦੇ ਸਾਰੇ ਵਿਛੋੜੇ ਖਤਮ ਹੋ ਜਾਂਦੇ ਹਨ। ਨਾਨਕ ਕੋ ਪ੍ਰਭ ਰਾਖ ਲੈ, ਮੇਰੇ ਸਹਿਬ ਬੰਦੀ ਮੋਚ। हे ਪ੍ਰਭੂ, ਬੰਦੀ ਮੋਚ, ਬੰਧਨਾਂ ਤੋਂ ਛਡਾਉਣ ਵਾਲਾ, ਮੋਹ ਤੋਂ ਛਡਾਉਣ ਵਾਲਾ, ਵਿਕਾਰਾਂ ਤੋਂ ਬਚਾਉਣ ਵਾਲਾ ਪ੍ਰਭੂ, ਸਾਰੇ ਬੰਧਨ ਕੱਟ ਦੇਣ ਵਾਲਾ ਪ੍ਰਭੂ। हे ਪ੍ਰਭੂ, ਸਾਰੇ ਬੰਧਨ ਕੱਟ ਦੇਣ ਵਾਲੇ, हे ਅਕਾਲ ਪੁਰਖ ਵਾਹਿਗੁਰੂ ਜੀਓ, ਮੇਰੇ ਉੱਤੇ ਕਿਰਪਾ ਕਰੋ। ਨਾਨਕ ਕੋ ਪ੍ਰਭ ਰਾਖ ਲੈ, ਮੈਂ ਨਾਨਕ ਨੂੰ ਮੋਹ ਤੋਂ ਬਚਾ ਲਵਾਂ। ਨਾਨਕ ਕੋ ਪ੍ਰਭ ਰਾਖ ਲੈ, ਮੇਰੇ ਸਾਹਿਬ ਬੰਦੀ ਮੋਚ। ਬੰਧਨਾਂ ਤੋਂ ਛਡਾਉਣ ਵਾਲੇ ਪ੍ਰਭੂ, ਸਾਰੇ ਬੰਧਨ ਕੱਟ ਦੇਣ ਵਾਲੇ ਪ੍ਰਭੂ, ਮੈਨੂੰ ਮਾਇਆ ਦੇ ਮੋਹ ਤੋਂ ਬਚਾ ਲੈ। ਕਤਕ ਹੋਵੇ ਸਾਧ ਸੰਗ, ਬਿਨਸੈ ਸਭੇ ਸੋਚ। ਦੇਖੋ ਕੱਤਕ ਦਾ ਮਹੀਨਾ, ਕੱਤਕ ਦਾ ਮਹੀਨਾ ਭਾਵ ਆ ਮਨੁੱਖਾ ਜਨਮ। ਆ ਮਨੁੱਖਾ ਜਨਮ ਸਾਨੂੰ ਇਹ ਉਪਦੇਸ਼ ਦੇ ਰਿਹਾ ਕਿ ਬਹੁਤ ਕੀਮਤੀ ਸਮਾਂ ਹੈ ਇਹ। ਆ ਸਮਾਂ ਜਿਹੜਾ ਇਹ ਰੱਬ ਨਾਲ ਜੁੜਨ ਵਾਸਤੇ ਮਿਲਿਆ। ਕਤਕ ਹੋਵੇ ਸਾਧ ਸੰਗ, ਬਿਨਸੈ ਸਭੇ ਸੋਚ। ਸਾਰੀਆਂ ਸੋਚਾਂ, ਸਾਰੀਆਂ ਚਿੰਤਾਵਾਂ ਮਿਟ ਜਾਂਦੀਆਂ ਜੋ ਮਨੁੱਖ ਗੁਰੂ ਦੀ ਸੰਗਤ ਕਰਦਾ। ਗੁਰੂ ਦੀ ਸੰਗਤ, ਦੇਖੋ ਸੰਗਤ ਵਿੱਚ ਵੀ ਫਰਕ ਹੈ। ਸੰਗਤ ਵਿੱਚ ਫਰਕ ਹੈ। ਇੱਕੋ ਇੱਕ ਗੁਰੂ ਦੀ ਸੰਗਤ ਹੈ ਜਿਹੜੀ ਸਾਰੇ ਦੁੱਖ ਦੂਰ ਕਰਨ ਵਾਲੀ ਹੈ। ਜਿਵੇਂ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਫਰਮਾਨ ਹੈ, ਕਾਹੂ ਦਿਸਾ ਕੀ ਪਵਨ ਗਾਵਨ ਕੈ ਬਰਖਾ ਹੈ, ਕਾਹੂ ਦਿਸਾ ਕੀ ਪਵਨ ਬਾਦਰ ਬਲਾਦ ਹੈ। ਦੇਖੋ ਹਵਾ ਵਿੱਚ ਵੀ ਫਰਕ ਹੈ। ਹਵਾ 'ਚ ਫਰਕ ਹੈ ਨਾ। ਇੱਕ ਹਵਾ ਐਸੀ ਹੈ, ਆਪਾਂ ਕਹਿੰਦੇ ਪੂਰਾ ਚੱਲਦਾ ਮੀਂਹ ਪਊਗਾ। ਜੇ ਪੂਰਾ ਚੱਲਦਾ ਹੋਵੇ ਆਪਾਂ ਹਿਸਾਬ ਲਾ ਲੈਂਦੇ ਮੀਂਹ ਪਊਗਾ। ਮੀਂਹ ਵਾਲੀ ਹਵਾ ਹੈ।
ਇੱਕ ਹਵਾ ਐਸੀ ਹੈ ਜੇ ਚੱਲ ਜਾਵੇ ਮੀਂਹ ਪਵਾ ਦਿੰਦੀ ਹੈ, ਪਰ ਇੱਕ ਹਵਾ ਐਸੀ ਹੈ ਬੱਦਲਾਂ ਨੂੰ ਉਡਾ ਕੇ ਲੈ ਜਾਂਦੀ ਹੈ। ਹਵਾ ਵਿੱਚ ਵੀ ਫਰਕ ਹੈ। ਕਾਹੂ ਦਿਸ਼ਾ ਕੀ ਪਵਨ ਗਵਨ ਕੇ ਵਰਖਾ ਹੈ, ਕਾਹੂ ਦਿਸ਼ਾ ਕੀ ਪਵਨ ਬਾਦਰ ਬਲਾਤ ਹੈ। ਸਤਿਗੁਰੂ ਜੀ ਕਹਿੰਦੇ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹਨ ਇੱਕ ਕਵਿਤਾ ਦੇ ਵਿੱਚ, ਕਾਹੂ ਜਲ ਪਾਨ ਕੀਏ ਰਹਿਤ ਅਰੋਗ ਦੇਹੀ। ਦੇਖੋ ਪਾਣੀ ਵਿੱਚ ਵੀ ਫਰਕ ਹੈ। ਪਾਣੀ ਵਿੱਚ ਵੀ ਫਰਕ ਹੈ ਤਾਂ ਪਾਣੀਓ। ਆਪਾਂ ਕਈ ਵਾਰੀ ਕਹਿੰਦੇ ਕਿਤੇ ਬਾਹਰ ਗਏ ਹੋਏ ਕਿ ਉੱਥੇ ਦਾ ਪਾਣੀ ਮੈਨੂੰ ਮਾਫਕ ਨਹੀਂ ਹੈ, ਮੈਨੂੰ ਤਾਂ ਬਿਮਾਰੀ ਲੱਗ ਗਈ, ਮੈਨੂੰ ਪਾਣੀ ਮਾਫਕ ਨਹੀਂ ਆਇਆ। ਪਾਣੀ ਵਿੱਚ ਵੀ ਫਰਕ ਹੈ। ਕਾਹੂ ਜਲ ਪਾਨ ਕੀਏ ਰਹਿਤ ਅਰੋਗ ਦੇਹੀ, ਕਾਹੂ ਜਲ ਪਾਨ ਵਿਆਪੈ ਬਿਰਥਾ ਬਿਲਾਤ ਹੈ। ਇੱਕ ਪਾਣੀ ਐਸਾ ਹੈ ਰੋਗ ਲਾ ਦਿੰਦਾ, ਬੰਦਾ ਤੜਫਦਾ ਹੈ ਕਿ ਮੈਨੂੰ ਪਾਣੀ ਮਾਫਕ ਨਹੀਂ ਆਇਆ। ਕਈ ਵਾਰੀ ਐਸਾ ਵੀ ਹੁੰਦਾ ਜਿਸ ਨੂੰ ਪਾਣੀ ਮਾਫਕ ਆ ਜਾਵੇ, ਕਹਿੰਦਾ ਮੇਰਾ ਤਾਂ ਰੋਗ ਹਟ ਗਿਆ, ਮੈਨੂੰ ਪਾਣੀ ਬੜਾ ਮਾਫਕ ਹੈ ਇੱਥੇ ਦਾ। ਪਾਣੀ ਵਿੱਚ ਵੀ ਫਰਕ ਹੈ। ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੇ। ਦੇਖੋ ਅੱਗ ਵਿੱਚ ਵੀ ਫਰਕ ਹੈ ਤਾਂ ਅੱਗੇ। ਇੱਕ ਅੱਗ ਤਾਂ ਉਹ ਹੈ ਜਿਸ ਅੱਗ ਦੀ ਲੋਕ ਪੂਜਾ ਵੀ ਕਰਦੇ। ਅੱਗ ਜਦੋਂ ਬਾਲਦੇ ਨੇ ਪੁਰਾਣੀਆਂ ਸਾਡੀਆਂ ਮਾਈਆਂ ਬਜ਼ੁਰਗ ਮਾਈਆਂ ਸਨ, ਉਹ ਜਦੋਂ ਅੱਗ ਬਾਲਦੀਆਂ ਸਨ ਪਹਿਲਾਂ ਮੱਥਾ ਟੇਕਦੀਆਂ ਸਨ। ਇੱਕ ਤਾਂ ਅੱਗ ਐਸੀ ਹੈ ਜਿਸ ਅੱਗ ਦੀ ਪੂਜਾ ਕਰਦੇ ਲੋਕ। ਕਹਿੰਦੇ ਅੱਗ ਵਿੱਚ ਵੀ ਫਰਕ ਹੈ। ਜੇ ਉਹੀ ਅੱਗ ਘਰ ਨੂੰ ਲੱਗ ਜਾਵੇ, ਨੁਕਸਾਨ ਕਰੇ, ਕੀ ਉਸ ਨੂੰ ਵੀ ਕੋਈ ਪੂਜੇਗਾ? ਕਹਿੰਦੇ ਅੱਗ ਵਿੱਚ ਵੀ ਫਰਕ ਹੈ। ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੈ, ਕਾਹੂ ਗ੍ਰਹਿ ਕੀ ਅਗਨ ਭਵਨ ਜਰਾਤ ਹੈ। ਇੱਕ ਅੱਗ ਐਸੀ ਹੈ ਜਿਹੜੀ ਅੱਗ ਸੁੱਖ ਦਿੰਦੀ ਹੈ। ਆ ਠੰਡ ਆਉਣੀ, ਹੁਣ ਅੱਗ ਬਾਲਾਂਗੇ, ਕੋਲ ਨੂੰ ਬੈਠਣ ਨੂੰ ਕੀ ਕਰਦਾ, ਅੱਗ ਦੇ ਕੋਲ ਨੂੰ ਜਾਂਦਾ ਬੰਦਾ। ਪਰ ਜਿਹੜੀ ਅੱਗ ਨੁਕਸਾਨ ਕਰੇ ਉਸ ਦੀ ਕੋਈ ਪੂਜਾ ਕਰੇਗਾ? ਉਸ ਨੂੰ ਮਿੱਟੀ ਪਾ ਕੇ ਪਾਣੀ ਪਾ ਕੇ ਗੰਦ ਮੰਦ ਸਿੱਟ ਕੇ ਵੀ ਬੰਦਾ ਬੁਝਾਉਣ ਦੀ ਕੋਸ਼ਿਸ਼ ਕਰਦਾ। ਅੱਗ ਵਿੱਚ ਵੀ ਫਰਕ ਹੈ। ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੈ, ਕਾਹੂ ਗ੍ਰਹਿ ਕੀ ਅਗਨ ਭਵਨ ਜਰਾਤ ਹੈ। ਘਰ ਨੂੰ ਫੂਕ ਦਿੰਦੀ ਹੈ। ਇਸੇ ਤਰੀਕੇ ਨਾਲ ਕਾਹੂ ਕੀ ਸੰਗਤ ਮਿਲੇ ਜੀਵਨ ਮੁਕਤ ਹੋਏ। ਗੁਰੂ ਦੀ ਸੰਗਤ ਐਸੀ ਹੈ ਕਿ ਜੋ ਮਨੁੱਖ ਗੁਰੂ ਦੀ ਸੰਗਤ ਨਾਲ ਜੁੜਦਾ ਹੈ ਉਹ ਮੁਕਤੀ ਪ੍ਰਾਪਤ ਕਰ ਲੈਂਦਾ, ਮੁਕਤ ਹੋ ਜਾਂਦਾ, ਜੰਮਣ ਮਰਨ ਦੇ ਗੇੜ ਚੋਂ ਨਿਕਲ ਜਾਂਦਾ। ਕਾਹੂ ਕੀ ਸੰਗਤ ਮਿਲੇ ਜੀਵਨ ਮੁਕਤ ਹੋਏ, ਕਾਹੂ ਕੀ ਸੰਗਤ ਮਿਲੇ ਜੰਮਪੁਰ ਜਾਤ ਹੈ। ਇੱਕ ਐਸੀ ਸੰਗਤ ਹੈ ਕਿ ਮਨੁੱਖ ਨੂੰ ਜੰਮਣ ਮਰਨ ਦੀ ਗੇੜ 'ਚ ਪਾ ਦਿੰਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਮਨੁੱਖਾ ਜਨਮ ਪ੍ਰਾਪਤ ਕਰਕੇ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਮਿਲੀ ਹੈ, ਜਿਨ੍ਹਾਂ ਨੂੰ ਗੁਰੂ ਦੀ ਸੰਗਤ ਮਿਲ ਗਈ ਨਾ, ਸਤਿਗੁਰੂ ਜੀ ਕਹਿੰਦੇ ਹਨ ਕਤਕ ਹੋਵੇ ਸਾਧ ਸੰਗ ਬਿਨਸੈ ਸਭੈ ਸੋਚ। ਕਹਿੰਦੇ ਉਹਦੀਆਂ ਸਾਰੀਆਂ ਸੋਚਾਂ, ਸਾਰੀਆਂ ਚਿੰਤਾਵਾਂ, ਸਾਰੇ ਦੁੱਖ ਮਿਟ ਜਾਂਦੇ ਹਨ। ਜਿਨ੍ਹਾਂ ਨੂੰ ਗੁਰੂ ਦੀ ਸੰਗਤ ਮਿਲ ਗਈ। ਸੋ ਇਸ ਕਰਕੇ ਉਹ ਮਨੁੱਖ ਭਾਗਾਂ ਵਾਲੇ ਹਨ ਜਿਹੜੇ ਗੁਰੂ ਦੀ ਸੰਗਤ ਨਾਲ ਜੁੜਦੇ ਹਨ, ਗੁਰੂ ਦੀ ਬਾਣੀ ਨਾਲ ਜੁੜਦੇ ਹਨ। ਸੋ ਸਮਾਪਤੀ ਹੈ।